1971 ਚ ਮੁੱਕਿਆ ਜੀ। ਗੁਰਦੇਵ ਸਿੰਘ ਨਾਂ ਸੀ ਉਹਦਾ। 2 ਸਾਲ ਵਿਆਹ ਨੂੰ ਹੋਏ ਜੇ। ਉਹ ਤੋਂ ਬਾਅਦ ਵੀ ਸਾਨੂੰ ਵੀ ਕੋਈ ਮੰਗ ਨਹੀਂ ਦਿੱਤੀ ਉਹਨਾਂ ਜਦੋਂ ਮੁੱਕੀ ਸੀ। ਉਸ ਤੋਂ ਬਾਅਦ ਵੀ ਹੁਣ ਵੀ ਅਸੀਂ ਇਹੀ ਮੰਗ ਮੰਗਦੇ ਆ ਵੀ ਇੱਕ ਤਾਂ ਬੱਚਿਆਂ ਵਾਸਤੇ ਸਕੂਲ ਤੇ ਇੱਕ ਸਾਡੀ ਨੌਕਰੀ ਬਾਰੇ, ਉਹ ਵੀ ਚਾਹੇ ਅਸੀਂ ਅਨਪੜ੍ਹ ਆ, ਵੀ ਸਾਡਾ ਇੱਕ ਵੀ ਬੱਚਾ ਰੱਖਿਆ ਜਾਵੇ ਇਲਾਜ ਨੂੰ। ਗੱਲਾਂ ਦਾ ਜੀ ਉਸ ਵਾਸਤੇ ਉਹਦੀ ਇਹੀ ਸੀ ਮੰਗ ਵੀ ਮੈਂ ਸ਼ਹੀਦੀ ਪ੍ਰਾਪਤ ਕਰਨੀ ਆ, ਕਦੇ ਕਰ। ਸਾਨੂੰ ਉਦੋਂ ਕੋਈ ਮਦਦ ਨਹੀਂ ਕਰੀ ਗਵਰਨਮੈਂਟ ਨੇ, ਕੁਛ ਨਹੀਂ ਦਿੱਤਾ ਉਦੋਂ। ਹੁਣ ਸਾਡੀ ਮੰਗ ਹੈ ਜੀ ਸਕੂਲ ਦੀ, ਵੀ 10ਵੀਂ ਦਾ ਸਕੂਲ ਬਣ ਜੇ ਤੇ ਇੱਕ ਉਹਦਾ ਬੁੱਤ ਲੱਗ ਜੇ। ਜਦੋਂ ਲਾਸਟ ਵਾਰ ਗਏ ਨੇ ਮਿਲ ਕੇ ਉਦੋਂ ਵੀ ਇਹੀ ਕਹਿੰਦਾ ਸੀ ਮੈਨੂੰ ਤਾਂ, ਲੈ ਭਰਾਵਾ ਕਹਿੰਦਾ ਘਰ-ਬਾਰ ਤੈਨੂੰ ਛੱਡ ਗਿਆ ਸਾਂਭੇ ਨਾ। ਬਸ ਹੋ ਕੇ ਤਿਆਰ ਆ, ਪਿੱਛਾ ਮੁੜ ਕੇ ਤਾਂ ਚੱਕ ਹੀ ਨਹੀਂ। ਜਿੱਥੇ ਪੰਚਾਇਤ ਘਰ ਆ ਸੀ ਉੱਥੇ ਛੱਡ ਕੇ ਆਏ ਬਾਲਟੀ ਬਾਣ ਤਾਂ ਖੜਿਆ ਰਿਹਾ, ਕੋਈ ਬੋਲਿਆ ਨਹੀਂ। ਕੋਈ ਰੱਬ ਨੇ ਕੋਈ ਪਹਿਲੀ ਪੁੱਠੀ ਬਿਮਾਰੀ ਦੇ ਰੱਖੀ ਤੀ ਭਾਈ। ਤੇ ਇੱਕ ਜੀ ਕਹਿੰਦੇ ਵੀ ਜਾ ਬੁੱਤ ਲੱਗ ਜਾਏਗਾ, ਪਾਰਕ ਬਹੁਤ ਸੋਹਣੀ ਬਣੀ ਆ, ਵੀ ਕੋਈ ਆਉਂਦਾ ਜਾਂਦਾ ਦੇਖ ਕੇ ਖੜੀ ਜਾਇਆ ਕਰੂ। ਸ਼ਹੀਦ ਕਿਸੇ ਵੀ ਕੌਮ ਦਾ ਮਾਣ ਹੁੰਦੇ ਆ, ਕਿਸੇ ਵੀ ਦੇਸ਼ ਦਾ ਮਾਣ ਹੁੰਦੇ ਆ, ਪਰ ਸ਼ਹੀਦਾਂ ਦੀ ਸ਼ਹਾਦਤ ਤੋਂ ਬਾਅਦ ਜੇ ਉਹਨਾਂ ਦੀ ਸ਼ਹਾਦਤ ਦਾ ਮੁੱਲ ਨਾ ਪਵੇ ਤਾਂ ਫਿਰ ਦੇਸ਼ ਔਰ ਕੌਮ ਦੇ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਆ, ਜੇ ਉਹਨਾਂ ਦੀ ਗੱਲ ਕਰ ਲਈ ਜਾਵੇ ਤਾਂ ਫਿਰ ਉਹ ਆਪਣਾ ਆਦਰਸ਼ ਕਿਸ ਤਰੀਕੇ ਉਹਨਾਂ ਨੂੰ ਮੰਨ ਸਕਦੀਆਂ ਨੇ। ਇੱਕ ਅਜਿਹੀ ਹੀ ਫੌਜੀ ਦੀ ਕਹਾਣੀ ਸਾਹਮਣੇ ਆਈ ਆ ਜਿਸ ਦਾ ਸਬੰਧ ਮਾਨਸੇ ਦੇ ਸਹਾਰਨਾ ਦੇ ਨਾਲ ਹੈ। 1971 ਦੀ ਜੰਗ ਦੇ ਵਿੱਚ ਇਹ ਫੌਜੀ ਸ਼ਹੀਦ ਹੋ ਜਾਂਦਾ ਹੈ। ਸਰਕਾਰਾਂ ਵੱਲੋਂ ਦਾਅਵੇ ਵਾਅਦੇ ਕੀਤੇ ਜਾਂਦੇ ਆ, ਪਰ ਇੰਨੇ ਅਰਸੇ ਦੇ ਬਾਵਜੂਦ ਵੀ ਕੋਈ ਦਾਅਵਾ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਸ ਪਰਿਵਾਰ ਦੀ ਦਾਸਤਾਨ ਸਾਹਮਣੇ ਆਈ ਹੈ, ਉਸ ਦੇ ਉੱਤੇ ਹੀ ਦੇਖਦੇ ਹਾਂ ਕਿ ਉਸ ਦੇ ਪਰਿਵਾਰ ਵਾਲੇ ਕੀ ਕਹਿੰਦੇ ਨੇ। ਤਸਵੀਰਾਂ ਦਿਖਾਉਂਦੇ ਆ। ਪਹਿਲਾਂ ਉਸ ਪਰਿਵਾਰ ਦੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਉਸ ਫੌਜੀ ਦੀ ਵਿਧਵਾ ਆਪਣੇ ਘਰ ਦੇ ਵਿੱਚ ਬੈਠੀ ਹੈ। ਉਸ ਦੀ ਤਸਵੀਰ ਹੱਥ ਵਿੱਚ ਫੜੀ ਹੋਈ ਹੈ। ਦੱਸਦੇ ਹਾਂ ਕਿ ਇਹ ਫੌਜੀ ਗੁਰਦੇਵ ਸਿੰਘ 1971 ਦੀ ਲੜਾਈ ਵਿੱਚ ਸ਼ਹਾਦਤ ਦਾ ਜਾਮ ਪੀ ਗਏ ਸਨ। ਉਸ ਵੇਲੇ ਸਰਕਾਰਾਂ ਵੱਲੋਂ ਬਹੁਤ ਸਾਰੇ ਦਾਅਵੇ ਵਾਅਦੇ ਕੀਤੇ ਗਏ ਸਨ ਕਿ ਪਿੰਡ ਦਾ ਸਕੂਲ ਅਪਗ੍ਰੇਡ ਕੀਤਾ ਜਾਊਗਾ, ਸ਼ਹੀਦ ਦਾ ਬੁੱਤ ਲਗਾਇਆ ਜਾਊਗਾ, ਪਰ 4 ਦਹਾਕਿਆਂ ਤੋਂ ਵੱਧ ਦਾ ਸਮਾਂ ਹੋਣ ਨੂੰ ਆਇਆ, ਪਰ ਹਾਲੇ ਤੱਕ ਇਸ ਪਰਿਵਾਰ ਦੀ ਸਰਕਾਰਾਂ ਨੇ ਕੋਈ ਸਾਰ ਨਹੀਂ ਲਈ। ਉਂਝ ਤਾਂ ਗੱਲ ਕਹਿ ਸਕਦੇ ਹਾਂ ਕਿ ਗੁਰਦੇਵ ਸਿੰਘ ਨੇ ਇਸ ਦੇਸ਼ ਦੀ ਖਾਤਰ ਆਪਣੀ ਜਾਨ ਕੁਰਬਾਨ ਕੀਤੀ ਸੀ। ਉਸ ਦੀ ਕੁਰਬਾਨੀ ਦਾ ਮੁੱਲ ਹੁਣ ਤੱਕ ਆਈਆਂ ਵੱਖ-ਵੱਖ ਹਕੂਮਤਾਂ ਨੇ ਕਿੰਨਾ ਕੁ ਪਾਇਆ, ਉਸੇ ਤੋਂ ਹੀ ਪ੍ਰਤੀਤ ਹੋ ਰਿਹਾ। ਚੁੱਲ੍ਹੇ ਚੌਂਕੇ ਦੇ ਵਿੱਚ ਕੰਮ ਕਰਦੀ ਉਸ ਸ਼ਹੀਦ ਦੀ ਵਿਧਵਾ ਅੱਜ ਵੀ ਆਸ ਦੇ ਨਾਲ ਘਰ ਦੇ ਹਾਲਾਤਾਂ ਨੂੰ ਵੇਖਦੀ ਹੋਈ ਸਰਕਾਰਾਂ ਦੇ ਹੱਥਾਂ ਮੰਨੀ ਝਾਕਦੀ ਹੈ ਕਿ ਕੋਈ ਆ ਕੇ ਇਸ ਘਰ ਦੀ ਸਾਰ ਲਵੇ, ਕੋਈ ਆ ਕੇ ਹੋਰ ਨਹੀਂ ਤਾਂ ਪਿੰਡ ਦੇ ਵਿੱਚ ਉਹਦੇ ਨਾਂ ਦੇ ਉੱਤੇ ਸਕੂਲ ਹੀ ਜੋ ਆ ਅਪਗ੍ਰੇਡ ਕਰ ਦਿੱਤਾ ਜਾਵੇ, ਉਸ ਦੇ ਨਾਂ ਦੇ ਉੱਤੇ ਸਕੂਲ ਦਾ ਨਾਂ ਰੱਖ ਦਿੱਤਾ ਜਾਵੇ। ਜਾਂ ਇਸ ਤੋਂ ਇਲਾਵਾ ਗੱਲ ਕਰ ਲਈਏ ਕਿ ਇੱਕ ਪਰਿਵਾਰ ਦੇ ਕਿਸੇ ਜੀਅ ਨੂੰ ਨੌਕਰੀ ਹੀ ਦੇ ਦਿੱਤੀ ਜਾਵੇ, ਹੋਰ ਨਹੀਂ ਤਾਂ ਇੱਕ ਸੜਕ ਦਾ ਨਾਮ ਵੀ ਸ਼ਹੀਦ ਦੇ ਨਾਂ ਦੇ ਉੱਤੇ ਰੱਖਣ ਦੀ ਗੱਲ ਕੀਤੀ ਸੀ। ਦੱਸਦੀ ਹੈ ਕਿ ਮਾਲਵੇ ਦੀਆਂ ਰੋਹੀਆਂ ਦੇ ਵਿੱਚ ਮਾਨਸੇ ਦੇ ਲਾਗੇ ਇਹ ਪਿੰਡ ਸਹਾਰਨਾ ਵਸਿਆ ਹੋਇਆ ਹੈ, ਜਿੱਥੋਂ ਦੇ ਇਸ ਜਵਾਨ ਨੇ 1971 ਦੀ ਲੜਾਈ ਦੇ ਵਿੱਚ ਸ਼ਹਾਦਤ ਦੇ ਦਿੱਤੀ ਸੀ। ਪਤਾ ਲੱਗਾ ਹੈ ਕਿ ਸ਼ਹੀਦ ਗੁਰਦੇਵ ਸਿੰਘ ਸਿੱਖ ਰੈਜੀਮੈਂਟ ਵਿੱਚ ਫਰੰਟੀਅਰ ਵਿੱਚ ਭਰਤੀ ਹੋਏ ਸਨ। ਜਦੋਂ ਉਹਨਾਂ ਦੀ ਸ਼ਾਦੀ ਹੋਈ ਤਾਂ ਕੁਝ ਸਮੇਂ ਬਾਅਦ ਹੀ ਉਹ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ 1971 ਦੀ ਲੜਾਈ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਗਏ। ਪਰ ਉਸ ਸਮੇਂ ਸਰਕਾਰ ਨੇ ਮਦਦ ਤਾਂ ਕੀਤੀ, ਬੜੀ ਨਗੂਣੀ ਜਿਹੀ। ਸਰਕਾਰ ਨੇ ਦਾਅਵੇ ਵਾਅਦੇ ਕੀਤੇ ਸਨ ਕਿ ਪਿੰਡ ਦੇ ਸਕੂਲ ਨੂੰ ਸ਼ਹੀਦ ਗੁਰਦੇਵ ਸਿੰਘ ਦੇ ਨਾਮ ਤੇ 10ਵੀਂ ਤੱਕ ਦਾ ਦਰਜਾ ਦੇਣ ਦੀ ਮੰਗ ਸੀ। ਸ਼ਹੀਦ ਦਾ ਬੁੱਤ ਪਿੰਡ ਵਿੱਚ ਲਾਉਣ ਦੀ ਮੰਗ ਸੀ। ਕਿਹਾ ਵੀ ਸੀ ਕਿ ਪਿੰਡ ਦੇ ਹੋਰ ਨੌਜਵਾਨ ਉਸ ਤੋਂ ਪ੍ਰੇਰਨਾ ਲੈ ਕੇ
ਆਰਮੀ ਵਿੱਚ ਭਰਤੀ ਹੋ ਜਾਣ, ਦੇਸ਼ ਦੀ ਸੇਵਾ ਕਰ ਸਕਣ, ਪਰ ਨਹੀਂ, ਹਾਲੇ ਤੱਕ ਵੀ ਗੁਰਦੇਵ ਸਿੰਘ ਦੀ ਸ਼ਹਾਦਤ ਦਾ ਮੁੱਲ ਨਹੀਂ ਪਾਇਆ ਗਿਆ। ਸਵਾਲ ਖੜੇ ਹੁੰਦੇ ਆ ਜਦੋਂ ਘਰ ਦੇ ਵਿੱਚ ਉਸ ਦੀ ਤਸਵੀਰ ਲੈ ਕੇ ਬੈਠੀ ਉਸ ਦੀ ਵਿਧਵਾ, ਉਸ ਦੀ ਤਰੀਮਤ ਇੰਨੇ ਵਰਿਆਂ ਬਾਅਦ ਅੱਜ ਵੀ ਅੱਖਾਂ ਭਰ ਆਉਂਦੀ ਹੈ ਕਿ ਨਹੀਂ ਸੁਣੀ ਗਈ। ਅੱਜ ਵੀ ਭਰਾ ਗੁਹਾਰ ਲਗਾਉਂਦਾ ਆ, ਅੱਜ ਵੀ ਸ਼ਹੀਦ ਗੁਰਦੇਵ ਸਿੰਘ ਦੀ ਨੂੰਹ ਵੀ ਇਹ ਆਸ ਕਰਦੀ ਹੈ ਕਿ ਹੋਰ ਨਹੀਂ, ਕਿਸੇ ਨਾ ਕਿਸੇ ਤਰੀਕੇ ਸਰਕਾਰ ਉਹਨਾਂ ਦੇ ਪਰਿਵਾਰ ਦੀ ਸਾਰ ਲੈ ਲਵੇ। ਤਾਂ ਕੀ ਕਹਿੰਦੇ ਆ ਇਸ ਬਾਰੇ ਸਾਰੇ ਪਰਿਵਾਰ ਦੇ ਮੈਂਬਰ ਤੇ ਸ਼ਹੀਦ ਦੀ ਵਿਧਵਾ, ਆਓ ਇਹ ਵੀ ਸੁਣ ਲੈਂਦੇ ਆ। 1971 ਚ ਮੁੱਕਿਆ ਜੀ। ਗੁਰਦੇਵ ਸਿੰਘ ਨਾਂ ਸੀ ਉਹਦਾ। 2 ਸਾਲ ਵਿਆਹ ਨੂੰ ਹੋਏ ਦੇ। ਸਾਨੂੰ ਉਦੋਂ ਕੋਈ ਮਦਦ ਨਹੀਂ ਕਰੀ ਗਵਰਨਮੈਂਟ ਨੇ। ਹਾਂ, ਕੁਛ ਨਹੀਂ ਦਿੱਤਾ। ਉਦੋਂ ਹੁਣ ਸਾਡੀ ਮੰਗ ਹੈ ਜੀ ਸਕੂਲ ਦੀ, ਵੀ 10ਵੀਂ ਦਾ ਸਕੂਲ ਬਣ ਜੇ ਤੇ ਇੱਕ ਉਹਦਾ ਬੁੱਥ ਲੱਗ ਜੇ। ਕੁਛ ਨਹੀਂ ਕਿਹਾ ਜੀ, ਬਸ ਉਹ ਹੀ ਪਤਾ ਨਹੀਂ ਉਹਦੇ ਤਾਂ ਕੀ ਚੁੱਪੀ ਆ ਗਈ ਮੂੰਹ 'ਚ। ਬਸ ਹੋ ਕੇ ਤਿਆਰ ਆ, ਪਿੱਛਾ ਮੁੜ ਕੇ ਤਾਂ ਚੱਕ ਹੀ ਨਹੀਂ। ਜਿੱਥੇ ਪੰਚਾਇਤ ਘਰ ਅਸੀਂ ਉੱਥੇ ਛੱਡ ਕੇ ਆਏ ਭਾਰਤੀ। ਬਾਣ ਤਾਂ ਖੜਿਆ ਰਿਹਾ, ਕੋਈ ਬੋਲਿਆ ਨਹੀਂ। ਕੋਈ ਰੱਬ ਨੇ ਕੋਈ ਪਹਿਲੀ ਪੁੱਠੀ ਬਿਮਾਰੀ ਦੇ ਰੱਖੀ ਤੀ ਭਾਈ। 2 ਵਾਰੀ ਛੁੱਟੀ ਆਇਆ ਭਾਈ। ਤੇਰਾ ਤਾਂ ਜਦੋਂ ਗਿਆ ਉਦੋਂ ਤਾਂ ਕਣਕ ਵੱਢ ਕੇ ਗਿਆ। ਮੈਨੂੰ ਤਾਂ ਕੋਈ ਸੁਰਤ ਨਹੀਂ ਉਦੋਂ ਆ ਜਿਹੜੀ ਤੁਹਾਨੂੰ ਗੱਲ ਦੱਸ ਗਿਆ ਵੀ ਇੰਨੇ ਪੈਸੇ ਦਿੱਤੇ ਨੇ, ਬਸ ਆਹੀ ਕੁਛ ਦਿੱਤਾ। ਹਾਂ, ਵੀ ਮੈਨੂੰ ਕੋਈ ਸੁਰਤ ਨਹੀਂ ਉਦੋਂ ਦੀ। ਸੜਕ ਜੀ ਆ ਨੰਗਲਾਈ ਸੜਕ ਮਨਜ਼ੂਰ ਹੋਈ ਤੀ ਜੀ ਉਹਦੇ ਨਾਂ 'ਤੇ। ਇਹ ਮੁੰਡਾ ਜਿਹੜਾ ਸਾਡੇ ਰਾਜਵਿੰਦਰ ਮਰਿਆ, ਇਹ ਉਹਦੇ ਨਾਂ 'ਤੇ ਕਰਤੀ। ਫਿਰ ਸਾਡੇ ਕਿਸੇ ਨੇ ਗੌਰ ਨਹੀਂ ਕਰੀ ਉਦੋਂ। ਉਹ ਭਾਈ ਪੜ੍ਹੇ ਲਿਖੇ ਤੇ ਉਹਨਾਂ ਨੇ ਆਪਦੇ ਨਾਂ 'ਤੇ ਕਰਾ ਲਈ। ਚੱਲ ਕੁਛ ਨਹੀਂ ਸੀ। ਹੁਣ ਪਰਿਵਾਰ 'ਚ ਫਿਰ ਕੌਣ ਕੌਣ ਆ, ਕਿਸ ਤਰ੍ਹਾਂ ਜਿਹੜਾ ਜ਼ਿੰਦਗੀ ਬਤੀਤ ਕਰ ਰਹੇ ਹੋ? ਕੀ ਹੋਇਆ, ਹੁਣ 3 ਕੁੜੀਆਂ ਨੇ, 1 ਮੁੰਡਾ ਹੈ ਜੀ, 4 ਜਵਾਕ ਨੇ। ਸਾਡੇ ਪਾਪਾ ਜੀ 1971 ਦੇ ਵਿੱਚ ਸ਼ਹੀਦ ਹੋਏ ਸੀ। ਉਹ ਤੋਂ ਬਾਅਦ ਵੀ ਸਾਨੂੰ ਵੀ ਕੋਈ ਮੰਗ ਨਹੀਂ ਦਿੱਤੀ ਉਹਨਾਂ, ਜਦੋਂ ਉਹ ਮੁੱਕੇ ਸੀ। ਉਸ ਤੋਂ ਬਾਅਦ ਵੀ ਹੁਣ ਵੀ ਅਸੀਂ ਇਹੀ ਮੰਗ ਮੰਗਦੇ ਹਾਂ ਵੀ ਇੱਕ ਤਾਂ ਬੱਚਿਆਂ ਵਾਸਤੇ ਸਕੂਲ ਤੇ ਇੱਕ ਸਾਡੀ ਨੌਕਰੀ ਬਾਰੇ। ਕੋਈ ਵੀ ਚਾਹੇ ਅਸੀਂ ਅਨਪੜ੍ਹ ਆ, ਵੀ ਸਾਡਾ ਇੱਕ ਵੀ ਬੱਚਾ ਰੱਖਿਆ ਜਾਵੇ ਲਾ ਜ਼ਰੂਰ। ਇੱਕ ਸਾਡੀ ਇਹ ਮੰਗ ਆ ਵੀ ਸਾਡੇ ਬੀਬੀ ਪਾਪਾ ਦੀ ਭਾਲ ਵਾਸਤੇ ਵੀ ਕੋਈ ਆ ਸਕੇ ਇੱਥੇ, ਵੀ ਸੰਭਾਲ ਵਾਸਤੇ ਦੱਸ ਸਕੇ ਇਹਨਾਂ ਨੂੰ ਵੀ ਤੁਹਾਨੂੰ ਕੀ ਕੀ ਮੰਗ ਦੀ ਲੋੜ ਹੈ। ਇੱਕ ਸਾਡਾ ਰਾਸ਼ਨ ਕਾਰਡ ਕੱਟਿਆ ਗਿਆ ਸੀ, ਉਹਦੇ ਵਾਸਤੇ ਅਸੀਂ ਮੰਗ ਮੰਗੀ ਸੀ ਵੀ ਸਾਡਾ ਰਾਸ਼ਨ ਕਾਰਡ ਬਣਿਆ ਸੀ। 2-3 ਵਾਰਾਂ ਦਫ਼ਤਰ 'ਚ ਜਾਏ, ਬਣ ਨਹੀਂ ਚੁੱਕਿਆ ਉਹ ਜੀ ਸਾਡਾ। ਇੱਕ ਜੀ ਅਸੀਂ ਬੁੱਥ ਦੀ ਮੰਗ ਮੰਗੀ ਹੈ ਵੀ ਇਹ ਸਾਡੇ ਸਕੂਲ ਦੇ ਵਿੱਚ ਇੱਥੇ ਲੱਗਿਆ ਜਾਵੇ। ਉਹ ਜੀ ਸਾਡੇ ਭਰਾ ਸੀਗੇ, ਜਿਹੋ ਜੀ ਮਦਦ ਉਦੋਂ ਸਮਾਂ ਤੀ ਉਹ ਕਰੀ ਹੈ ਸਾਡੀ 5-7 ਹਜ਼ਾਰ ਦੀ। ਅਤੇ ਸਾਡੀ ਮੰਗ ਤੀ ਇੱਕ ਸੜਕ ਦੀ, ਇੱਕ ਸਕੂਲ ਦੀ। ਹੁਣ ਜੀ ਸਾਡੇ ਬਹੁਤ ਵਧੀਆ ਪਾਰਕ ਬਣ ਗਈ। ਅਸੀਂ ਕਹਿੰਦੇ ਹਾਂ ਜੀ ਇੱਥੇ ਉਹਦਾ ਬੁੱਥ ਵੀ ਲੱਗ ਜੇ, ਬੁੱਥ ਲੱਗ ਜੇ। ਚਲੋ ਦੁਨੀਆ ਦੇਖਿਆ ਕਰੂ, ਅਸੀਂ ਤਾਂ ਛੱਡੀ ਜਾਣਾ। 70 ਦੇ ਵਿੱਚ ਜੀ 12ਵੇਂ ਮਹੀਨੇ ਦੀ 5 ਤਰੀਕ ਨੂੰ ਸ਼ਹੀਦ ਹੋਏ ਨੇ, 8 ਤਰੀਕ ਨੂੰ ਤਾਰ ਮਿਲੀ ਹੈ। ਉਹਨਾਂ ਦਾ ਕੋਈ ਬੱਚਾ ਨਹੀਂ ਜੀ, ਬੱਚੇ ਸਾਡੇ ਨੇ ਜੀ। ਬਾਅਦ ਮੇਰੇ ਨਾਲ ਸ਼ਾਦੀ ਹੋ ਗਈ। ਕੀ ਕਹਿੰਦੇ ਹੁੰਦੇ ਸੀ ਬਾਪੂ ਜੀ ਤੁਹਾਡੇ ਨਾਲ ਅਕਸਰ ਉਹ ਗੱਲਾਂ ਕਰਦੇ ਸੀ ਜਾਂ ਹੋਰ ਗੱਲਾਂ ਦਾ ਜੀ ਉਸ ਵਾਸਤੇ ਉਹਦੀ ਇਹੀ ਤੀ ਮੰਗ ਵੀ ਮੈਂ ਸ਼ਹੀਦੀ ਪ੍ਰਾਪਤ ਕਰਨੀ ਆ, ਕਦੇ ਕਰਨਾ। ਜਦੋਂ ਲਾਸਟ ਵਾਰ ਗਏ ਨੇ ਮਿਲ ਕੇ ਤਾਂ ਉਦੋਂ ਵੀ ਇਹੀ ਕਹਿੰਦਾ ਸੀ ਮੈਨੂੰ ਤਾਂ, ਲੈ ਭਰਾਵਾ ਕਹਿੰਦਾ ਘਰ ਬਾਰ ਤੈਨੂੰ ਛੱਡ ਗਿਆ, ਸਾਂਭੇ ਨਾ ਸਾਂਭੇ। ਇਹੀ ਮੰਗ ਬਸ ਕਹਿੰਦਾ ਜਦੋਂ ਵੀ ਕਹਿੰਦਾ। ਫਿਰ ਕਿਵੇਂ ਪਤਾ ਲੱਗਿਆ ਤੁਹਾਨੂੰ ਵੀ ਉੱਥੇ ਸ਼ਹੀਦ ਹੋ ਗਏ? ਤਾਰ ਆਈ ਤੀ ਜੀ, ਤਾਰ ਆਈ ਤੀ ਸੀ ਅੱਕਾਂ ਵਾਲੀ ਤੋਂ ਜਾ ਕੇ ਲਿਆਏ। ਤੇ ਇਹ ਮੁੰਡੇ ਦਾ ਪਾਪਾ ਸੀਗਾ ਇੱਕ ਸਾਡੇ ਜ਼ਿਮੀਂਦਾਰ ਦੀ, ਉਹਨਾਂ ਦਾ ਚੰਗਾ ਸੰਬੰਧ ਤੇ ਆਪਜ ਦੀ, ਤੇ ਉੱਥੋਂ ਅੱਕਾਂ ਵਾਲੀ ਤੋਂ ਜਾ ਕੇ ਤਾਰ ਲਿਆਏ। ਤੇ ਇਹ ਲਾਸ਼ ਨਹੀਂ ਮਿਲੀ ਉਦੋਂ, ਕਿਸੇ ਦੀ ਵੀ ਨਹੀਂ ਆਉਂਦੀ ਸੀ। ਤੇ ਉਹਦੇ ਦਾ ਫੁੱਲ ਵੀ ਮੰਗਰੋਂ ਨਾਲ ਦਾ ਮੁੰਡਾ ਲਿਆਇਆ ਸੀ। ਮੰਗ ਜੀ ਸਾਡੀ ਖਾਸ ਕਰਕੇ ਇੱਕ ਤਾਂ ਸਕੂਲ ਦੀ ਹੈ 10ਵੀਂ ਦੀ, ਤੇ ਇੱਕ ਜੀ ਕਹਿੰਦੇ ਵੀ ਚਾਹ ਬੁੱਥ ਲੱਗ ਜੇ। ਉਹਦਾ ਪਾਰਕ ਬਹੁਤ ਸੋਹਣੀ ਬਣੀ ਆ, ਵੀ ਕੋਈ ਆਉਂਦਾ ਜਾਂਦਾ ਦੇਖ ਕੇ ਖੜੀ ਜਾਇਆ ਕਰੂ। ਕਹਿੰਦੇ ਜੀ ਪਹਿਲਾਂ ਪਿਛਦੀ ਕਹਿੰਦੇ ਕੀ ਕਰਾਓਗੇ ਤੁਸੀਂ, ਦੇਖ ਕੇ ਮਨ ਦੁਖੀ ਹੋਇਆ ਕਰੂ, ਐਂ ਹੋਇਆ ਕਰੂ। ਬਸ ਇਹਨਾਂ ਗੱਲਾਂ 'ਚ ਚੱਕਰਾਂ 'ਚ ਪਾ ਲੈਂਦੇ। ਹੁਣ ਦੇਖਣਾ ਹੋਵੇਗਾ ਕਿ ਪਰਿਵਾਰ ਦੀ ਗੁਹਾਰ ਤੋਂ ਬਾਅਦ ਸ਼ਹੀਦ ਦੀ ਸਾਰ ਲੈਣ ਲਈ ਸਰਕਾਰ ਅੱਗੇ ਆਉਂਦੀ ਹੈ ਜਾਂ ਫਿਰ ਹੋਰ ਵੇਲਾ ਵੀ ਇਸੇ ਤਰ੍ਹਾਂ ਅੱਗੇ ਲੰਘ ਜਾਵੇਗਾ ਕਿ ਜਿਸ ਦੀ ਆਸ ਲੈ ਕੇ ਪਰਿਵਾਰ ਅੱਜ ਵੀ ਬੈਠਾ ਆ। ਵੇਲਾ ਤਾਂ ਬਹੁਤ ਜ਼ਿਆਦਾ ਟੱਪ ਚੁੱਕਿਆ,
ਇਹ ਇਕੱਲੇ ਇੱਕ ਫੌਜੀ ਦੀ ਦਾਸਤਾਨ ਨਹੀਂ, ਖਰੇ ਕਿੰਨਿਆਂ ਕਿ ਫੌਜੀਆਂ ਦੀ ਦਾਸਤਾਨ ਹੈ ਜਿਨ੍ਹਾਂ ਦੀ ਸ਼ਹਾਦਤ ਹੋਈ ਹੈ। ਤੇ ਹਾਲੇ ਵੀ ਕੋਈ ਨਾ ਕੋਈ ਜਦੋਂ ਕਹਾਣੀ ਮੂਹਰੇ ਆ ਖੜਦੀ ਹੈ ਤਾਂ ਸਾਹਮਣੇ ਆਉਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਦਾਅਵੇ ਵਾਅਦੇ ਤਾਂ ਬੜੇ ਕੀਤੇ ਗਏ ਸਨ, ਹੁਣ ਵਾਅਦੇ ਦਾਅਵਿਆਂ ਦੇ ਲਈ ਉਹਨਾਂ ਦਾ ਪਰਿਵਾਰ ਪੂਰੀ ਆਸ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ, ਪਰ ਉਹ ਪੂਰੇ ਨਹੀਂ ਹੋਏ। ਪਰ ਹੁਣ ਇਹ ਵੀ ਦੇਖਣਾ ਹੋਏਗਾ ਕਿ ਆਖਰ ਸਹਾਰਨਾ ਦੇ ਇਸ ਫੌਜੀ ਦੀ ਸ਼ਹਾਦਤ ਦਾ ਮੁੱਲ ਪੈਂਦਾ ਹੈ ਜਾਂ ਨਹੀਂ ਪੈਂਦਾ। ਮਾਨਸਾ ਤੋਂ ਸੁਮਿਤ ਸੇਠੀ ਦੀ ਰਿਪੋਰਟ।